Hello student, welcome to my channel. Let's start next topic of unit 4th which is elastic collision in one dimension. This is important topic. So सब तो पहला देखो elastic collision in one dimension है की चीज़ in which two bodies moving along a straight line ਜਿਹਦੇ ਵਿੱਚ ਦੋ bodies straight line ਦੇ ਵਿੱਚ move ਕਰਦੀ ਹੋਣ collide with each other ਇੱਕ ਦੂਸਰੇ ਦੇ ਨਾਲ ਆ ਕੇ ਟਕਰਾ ਜਾਣ without any loss of kinetic energy ਨਾ ਤਾਂ ਉਹਦੇ ਵਿੱਚੋਂ kinetic energy loss ਹੋਵੇ ਔਰ ਨਾ ਹੀ ਉਹਦੀ ਲੀਨੀਅਰ ਮੋਮੈਂਟਮ ਚੇਂਜ ਹੋਵੇ ਠੀਕ ਹੈ then the continues to move along a same straight line after collision so still ਉਹ straight line ਦੇ ਵਿੱਚ move ਕਰੇਗਾ collision ਤੋਂ ਬਾਅਦ ਵੀ ਠੀਕ ਹੈ ਸੋ ਅਸੀਂ ਕੰਸੀਡਰ ਕਰਨ ਲੱਗਿਆ two bodies let us suppose two bodies A and a B ठीक है ਅਸੀਂ ਦੋ bodies suppose ਕੀਤੀਆਂ ਉਹਨਾਂ ਦਾ mass ਕਿੰਨਾ m1 and m2 having mass m1 and m2 moving along a straight line और straight line ਦੇ ਵਿੱਚ move ਕਰ ਰਿਹਾ ਹੈ ਸੋ ਦੋਨਾਂ ਦੀ velocities ਵੀ ਅਲੱਗ-ਅਲੱਗ ਹੋਏਗੀ फर्स्ट m1 ਦੀ velocity ਕੀ ਆ u1 second ਜੋ body ਆ ਉਹਦੀ velocity ਕਿੰਨੀ ਆ u2 because it's a initial velocity that is why it is represented by small u ठीक है सो ਅਸੀਂ फर्स्ट केस ਦੇ ਵਿੱਚ ਕੀ ਮੰਨਿਆ ਸਿਰਫ ਅਸੀਂ फर्स्ट ਵਾਲੇ केस ਦੀ ਗੱਲ ਕਰ ਰਹੇ ਹਾਂ ਸਿਰਫ ਆ ਵਾਲੇ केस ਦੀ ठीक है सो ਅਸੀਂ ਇਹਦੇ ਵਿੱਚ ਕੀ ਮੰਨਿਆ ਕਿ ਜਿਹੜੀ u1 ਆ ਮਤਲਬ ਕਿ ਬਾਲ A ਦੀ ਜੋ ਵੈਲੋਸਿਟੀ ਆ ਗ੍ਰੇਟਰ ਦੈਨ u2 ਆ ਸੋ ਉਹਦੇ ਨਾਲੋਂ ਜ਼ਿਆਦਾ ਹੋਏਗੀ ਵੈਲੋਸਿਟੀ ਸੋ ਅਸੀਂ ਇੱਥੇ ਕੀ ਲਿਖ ਰਹੇ ਹਾਂ ਟੂ ਸੋ ਰਿਲੇਟਿਵ ਵੈਲੋਸਿਟੀ ਆਫ ਅਪਰੋਚ ਬਿਫੋਰ ਕੋਲੀਜਨ ਤੋਂ ਪਹਿਲਾਂ ਕੀ ਹੋਏਗਾ ਬਿਕੋਜ਼ u1 ਗ੍ਰੇਟਰ ਆ ਅਸੀਂ u1 ਚੋਂ u2 ਮਾਈਨਸ ਕਰ ਦਿੱਤਾ ਸੋ u1 ਮਾਈਨਸ u2 डन then after collision ਕੀ ਹੋਏਗਾ ਸੈਕਿੰਡ ਦੇਖੋ ਉਹ ਵਾਲੀ ਡਾਇਗਰਾਮ ਆ ਜਦੋਂ A ਬਾਲ B ਦੇ ਵਿੱਚ ਆ ਕੇ ਟਕਰਾ ਗਈ ਠੀਕ ਹੈ ਸੋ ਡਿਊਰਿੰਗ ਕੋਲੀਜਨ ਕੀ ਹੋਏਗਾ ਜਿਹੜੀ A ਨੇ ਆ ਕਿਉਂਕਿ ਉਹਦੀ ਵੈਲੋਸਿਟੀ ਜ਼ਿਆਦਾ ਸੀ ਸੋ ਉਹਨੇ ਥੋੜੀ ਜਿਹੀ ਵੈਲੋਸਿਟੀ B ਨੂੰ ਸ਼ਿਫਟ ਕਰ ਦਿੱਤੀ डन सो अगेन आफ्टर कोलिजन अगेन दोनों बॉल्स अलग अलग हो गया क्योंकि A ने अपनी वेलोसिटी B ਨੂੰ ਦੇ ਦਿੱਤੀ ਇਹਦਾ ਮਤਲਬ ਫਾਈਨਲ ਵੈਲੋਸਿਟੀ ਕੀ ਆ V2 ਐਂਡ V1 ਇਹਦਾ ਮਤਲਬ V1 ਇਜ਼ ਅ ਗ੍ਰੇਟਰ ਦੈਨ V2 ਹੁਣ V2 ਜਿਹੜੀ ਆ V1 ਨਾਲੋਂ ਗ੍ਰੇਟਰ ਹੋਏਗੀ ਲੈਟ ਅਸ ਸਪੋਜ਼ ਆਫਟਰ ਕੋਲਿਜਨ V1 ਐਂਡ V2 ਆਰ ਦ ਵੈਲੋਸਿਟੀਜ਼ ਆਫ A ਐਂਡ B moving along a same straight line then two bodies will separate after the ਕੋਲੀਜਨ ਤੋਂ ਬਾਅਦ ਫਿਰ ਸੈਪਰੇਟ ਹੋ ਜਾਣਗੇ ਸੋ ਇਸ ਕੇਸ ਦੇ ਵਿੱਚ ਅਸੀਂ ਕੀ ਲਿਖਾਂਗੇ V2 ਇਜ਼ ਗ੍ਰੇਟਰ ਦੈਨ V1 ਫਸਟ ਕੇਸ ਦੇ ਵਿੱਚ ਕੀ ਸੀਗਾ U1 ਗ੍ਰੇਟਰ ਸੀ ਸੈਕੰਡ ਕੇਸ ਵਿੱਚ ਕੀ ਹੋ ਜਾਏਗਾ V2 ਗ੍ਰੇਟਰ ਹੋ ਜਾਏਗਾ ਕਿਉਂਕਿ ਇਹਨੂੰ ਵੈਲੋਸਿਟੀ ਨੇ ਸ਼ਿਫਟ ਕਰ ਦਿੱਤੀ ਕਿਉਂਕਿ V2 ਗ੍ਰੇਟਰ ਆ ਦੈਟ ਇਜ਼ ਵਾਈ ਅਸੀਂ ਕੀ ਲਿਖਿਆ V2 ਮਾਈਨਸ V1 ਫਸਟ ਕੇਸ ਦੇ ਵਿੱਚ V1 ਗ੍ਰੇਟਰ ਸੀ ਦੈਟ ਇਜ਼ ਵਾਈ ਅਸੀਂ ਕੀ ਲਿਖਿਆ U1 माइनस U2 क्योंकि U1 ग्रेटर सी सैकेंड केस ਦੇ ਵਿੱਚ V2 ग्रेटर है दैट इज वाई ਅਸੀਂ ਕੀ ਲਿਖਿਆ V2 माइनस V1 इज दैट क्लीयर सो ਇਹ ਤੁਹਾਡੀ ਫਰਸਟ ਕਹਿ ਲਓ ਪੋਰਸ਼ਨ ਸੀ ਜਿਹਦੇ ਵਿੱਚ ਅਸੀਂ ਜਸਟ ਐਕਸਪਲੇਨ ਕੀਤਾ ਆ ਵੀ ਅਸੀਂ ਦੋ ਬਾਡੀਜ਼ ਲਿੱਤੀਆਂ ਉਹ ਕਿਸ ਤਰ੍ਹਾਂ ਨਾਲ ਮੂਵ ਕੀਤੀਆਂ ਇਨੀਸ਼ੀਅਲ ਵੈਲੋਸਿਟੀ ਨੂੰ U ਦੇ ਨਾਲ ਡਿਨੋਟ ਕਰਦੇ ਔਰ ਫਾਈਨਲ ਨੂੰ V ਦੇ ਨਾਲ ਡਿਨੋਟ ਕਰਦੇ ਆ ਹੁਣ ਨੈਕਸਟ ਅਸੀਂ ਕਰਨ ਜਾ ਰਹੇ ਹਾਂ ਉਹਦੀ ਡੈਰੀਵੇਸ਼ਨ ਸੋ ਡੈਰੀਵੇਸ਼ਨ 'ਚ ਕੀ ਲਿਖਾਂਗੇ ਬਿਫੋਰ ਕੋਲੀਜਨ ਕੀ ਹੋਇਆ ਧਿਆਨ ਨਾਲ ਦੇਖੋ ਬਿਫੋਰ ਕੋਲੀਜਨ ਅਸੀਂ ਮੋਮੈਂਟਮ ਦੇਖਣਾ ਦੈਟ ਇਜ਼ ਮਾਸ ਇਨਟੂ ਵੈਲੋਸਿਟੀ ਪਲਸ ਮਾਸ ਇਨਟੂ ਵੈਲੋਸਿਟੀ ਦੈਟ ਇਜ਼ m1 u1 ਸੋ ਅਸੀਂ ਇੱਥੇ ਕੀ ਲਿਖਣ ਲੱਗੇ ਹਾਂ m1 u1 ਪਲਸ m2 u2 ਨਾਓ ਵਟ ਇਜ਼ ਦ ਕਾਈਨੈਟਿਕ એનર્ਜੀ ਸੋ ਕਾਈਨੈਟਿਕ એનર્ਜੀ ਬਿਫੋਰ ਕੋਲੀਜਨ ਕੀ ਹੋਏਗਾ ਹਾਫ m1 u1 ਦਾ ਸਕੁਅਰ ਪਲਸ ਹਾਫ m2 u2 ਦਾ ਸਕੁਅਰ ਬਿਕੋਜ਼ ਕਾਈਨੈਟਿਕ એનર્ਜੀ ਦਾ ਫਾਰਮੂਲਾ ਕੀ ਹੁੰਦਾ ਆ ਹਾਫ mv ਸਕੁਅਰ ਹੁੰਦਾ ਠੀਕ ਹੈ ਕਿਉਂਕਿ ਇੱਥੇ ਇਨੀਸ਼ੀਅਲ ਵੈਲੋਸਿਟੀ u1 u2 ਹੈ ਦੈਟ ਇਜ਼ ਵਾਈ ਅਸੀਂ u1 u2 ਹੀ ਯੂਜ਼ ਕਰ ਰਹੇ ਹਾਂ ਨਾਓ ਆਫਟਰ ਕੋਲੀਜਨ ਮਤਲਬ ਬਾਅਦ ਵਿੱਚ ਕੀ ਹੋਇਆ ਦੈਟ ਇਜ਼ m1 v1 m2 v2 ਸੋ ਅਸੀਂ ਕੀ ਲਿਖ ਰਹੇ ਹਾਂ m2 u2 ਪਲਸ ਸੌਰੀ m1 ਮਾਸ ਤਾਂ ਸੇਮ ਰਹੇਗਾ m1 u2 sorry v m1 v1 plus m2 v2 final velocity similarly kinetic energy the formula half mv square that is half m1 v1 square plus half m2 v2 square done so ਇੱਥੇ ਹੁਣ ਧਿਆਨ ਨਾਲ ਇੱਕ ਲਾਈਨ ਲਿਖਣੀ ਆ as the collision is perfectly elastic ਸਾਨੂੰ ਪਤਾ ਕਿ ਜਿਹੜੀ collision ਹੋਈ ਆ perfectly elastic ਆ perfectly elastic ਦਾ ਮਤਲਬ ਕੀ ਹੁੰਦਾ ਆ both momentum and kinetic energy of the system remains conserved ਦੋਨਾਂ ਚੋਂ ਕੋਈ ਵੀ ਚੀਜ਼
नहीं बदली, ठीक है। सो असी इन्हों इक्वेशन नंबर दे दिता, लेट अस सपोज दिस इज आर इक्वेशन नंबर 1, इक्वेशन नंबर 2, इक्वेशन नंबर 3 एंड इक्वेशन नंबर 4। सो साडियां 4 इक्वेशनस बन गया। नैक्सट असी की लिखन लगे हाँ, बिकॉज साडे जो मोमेंटम आ वो की होया कंजर्व हो गया। कंजर्व मतलब नहीं बदलिया, विच इज m1 u1 प्लस m2 u2 इज इक्वल्स टू आफ्टर कोलिजन। आफ्टर कोलिजन की है थोड़ा m1 v1 प्लस m2 v2। लेट अस सपोज दिस इज आर इक्वेशन नंबर 5। सिमिलरली काइनेटिक एनर्जी असी लिख लें। काइनेटिक एनर्जी की लिखांगे हाफ m1 u1 स्क्वायर प्लस हाफ m2 u2 स्क्वायर इज इक्वल्स टू हाफ m1 v1 स्क्वायर प्लस हाफ m2 v2 स्क्वायर। लेट अस सपोज दिस इज आर इक्वेशन नंबर 6। सो साडियां 2 इक्वेशनस बन गया, एक बन गई काइनेटिक एनर्जी तो और एक बन गई थोड़ी लीनियर मोमेंटम तो। हुण नैक्सट स्टैप दे विच की करांगे, 5th इक्वेशन दे विचों देखो असी की कीता, m1 वालियां टर्म्स एक पासे लिख लो और m2 वालियां टर्म्स एक पासे लिख लो। फॉर एग्जाम्पल असी लिखन लगे हाँ m1 u1। हुण देखो आ वाली टर्म दूसरे पासे ले गए तो माइनस की बन जाएगी, विच इज माइनस m1 v1 इज इक्वल्स टू, सो आ टर्म इसी तरफ लिखी रहती m2 v2 विच इज m2 v2। जदों आ वाली टर्म दूसरे पासे लेके जावांगे तो माइनस ही बन जाएगी, विच इज माइनस m2 u2। नाउ टेक m1 कॉमन, सो साडे को आ गया u1 माइनस v1 इज इक्वल्स टू m2 कॉमन ले लो, अंदर रह गया v2 माइनस u2। डन। लेट अस सपोज जी असी आ इक्वेशन सॉल्व की है, दिस इज इक्वेशन नंबर 7। इसी तरह असी 6th इक्वेशन काइनेटिक एनर्जी दे विचों भी मास वाली टर्म m1 वाली टर्म एक पासे, फॉर एग्जाम्पल m1 कितना आ जाएगा हाफ m1 u1 स्क्वायर। सो असी की लिख रहे हैं हाफ m1 u1 स्क्वायर। सो दूसरी तरफ वेलोसिटी वाली टर्म दूसरी तरफ गई तो माइनस ही हो जाएगी, माइनस हाफ m1 v1 स्क्वायर। बचे दे ऊपर लिखना है फ्रॉम इक्वेशन नंबर 6। फ्रॉम इक्वेशन नंबर 6 तो असी आ वाली इक्वेशन बना रहे हैं। सो आ टर्म एज सच हाफ m2 v2 हाफ m2 v2 स्क्वायर। दूसरी तरफ असी केड़ी टर्म लेके आए हैं हाफ m2 u2 स्क्वायर। डन। अगेन देखो हाफ m1 असी कॉमन ले रहे हैं, विच इज हाफ m1 कॉमन ले लिया, अंदर रह गया u1 स्क्वायर माइनस v1 स्क्वायर इज इक्वल्स टू हाफ m2 अंदर की आ गया v2 स्क्वायर माइनस u2 स्क्वायर। हुण ध्यान नाल देखो हाफ दे नाल हाफ की हो गया कैंसल आउट हो गया। सो साडे को बच की गया m1 u1 स्क्वायर माइनस v1 स्क्वायर इज इक्वल्स टू m2 v2 स्क्वायर माइनस u2 स्क्वायर। लेट अस सपोज दिस इज आर इक्वेशन नंबर 8। नाउ डिवाइड इक्वेशन नंबर 8 बाय 7। इत्थे लिखना है नाउ डिवाइड इक्वेशन नंबर 8 बाय 7। सो 8 नू 7 नाल डिवाइड किया, सो 7 नंबर इक्वेशन की है m1 u1 माइनस v1 इज इक्वल्स टू डिवाइडेड बाय m1 m2 v2 माइनस u2। ठीक है। सो इस तरह करके असी 2 टर्म्स नू डिवाइड कर दिता। सो जे इहदे विचों जिहड़ी टर्म कट हुंदी आ वो कैंसल आउट कर दी। सो इस तरह ना आ कैंसल आउट हो गई टर्म, सो साडे को आ बन गई। डन। सो ऊपर देखो साडा की आ वाला फॉर्मूला असी केड़ा लगा रहे हैं ए स्क्वायर माइनस बी स्क्वायर का फॉर्मूला की आ जाएगा ए माइनस बी ए प्लस बी। ठीक है। सो की असी इहदी जगह ते लिख सकते हैं u1 स्क्वायर माइनस v1 u1 माइनस v1 सिमिलरली u1 प्लस v1 इज इक्वल टू किहदे इक्वल है। अगेन बच्चे इत्थे भी फॉर्मूला तुसी लगा सकते हैं। ठीक है। v1 v2 प्लस u2। हुण जिहड़ी टर्म तुहाडी कट हो रही है वो आपस विच कैंसल आउट कर दो। फॉर एग्जाम्पल u1 v1 दे नाल कैंसल आउट आ वाली टर्म, v2 दे नाल आ वाली टर्म कैंसल आउट। फाइनली साडे को की बच गया
u1 plus v1 is equals to v2 plus u2 डन। सो साडी आ वाली लास्ट दे विच इक्वेशन बच गई। अगेन असी u1 वालियां टर्म्स एक पासे लै जाओ, u1 माइनस u2 इज इक्वल्स टू v2 माइनस v1। सो फाइनली साडे को आ टर्म बच गई, ठीक है। सो नैक्सट असी की कीता, नैक्सट दे विच की करो, इक्वेशन नंबर इनू दे दो, आ वाली इक्वेशन नंबर थोड़ी सपोज 8 सी, ठीक है, इनू दे दो इक्वेशन नंबर 9। सो फ्रॉम इक्वेशन नंबर 9 इफ फॉलो द वन डिमेंशनल परफेक्टली इलास्टिक कोलिजन रिलेटिव वेलोसिटी ऑफ अप्रोच जिहड़ी इक्वल टू आ जाएगी, रेशो दे विच आ जाएगी रिलेटिव वेलोसिटी ऑफ सैपरेशन आफ्टर कोलिजन। सो असी की किता, u1 वाली टर्म इधर लै जाओ, इहदे नीचे लै जाओ, ठीक है। तुहाडे को की आ जाएगा v2 माइनस v1 डिवाइडेड बाय u1 माइनस u2 इज इक्वल्स टू 1। सो जो आ 1 ना, लेट अस सपोज दिस होल टर्म इज इक्वल्स टू कॉन्स्टेंट विच इज e। सो असी लिख सकते हैं e इज इक्वल्स टू 1। सो दिस इज योर फाइनल आंसर। यू कैन से दैट हेयर कोलिजन ऑफ restoration in a perfect elastic collision in a one dimension। so ਇੱਥੇ ਤੱਕ ਕੀ ਹੈ ਤੁਹਾਡਾ, ਇੱਥੇ ਤੱਕ ਤੁਹਾਡਾ ਕੀ ਹੈ ਲਾਸਟ ਆਨਸਰ ਆ ਰਿਹਾ। ਇਹ ਤੋਂ ਅੱਗੇ ਤੁਹਾਡੀਆਂ ਵੈਲੋਸਿਟੀਜ਼ ਨਿਕਲਣੀਆਂ ਵਿਚ ਇਜ਼ v1 ਐਂਡ v2 ਜੋ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।